बिस्मिल्लाहिर्रहमानिर्रहीम। मिठे लहजे, मिठियां डिशां ते मिठे खाने किन्नू पसंद नहीं होंदे। ते ओही मिठे खाने बिना मेहनत कीतिਆਂ घर बना लिते जान ते फिर ज़्यादा मज़ा आ जाता है। इसी तरह ही ਅੱਜ ਦੀ ਰੈਸਪੀ ਵੀ ਸਾਡੀ ਬਿਲਕੁਲ ਬਿਨਾਂ ਅਸੀਂ ਕ੍ਰਸ਼ ਕੀਤਿਆਂ ਗਾਜਰਾਂ ਨੂੰ ਕਿਵੇਂ ਪਕਾ ਸਕਦੇ ਹਾਂ ਤੇ ਕਿਵੇਂ ਅਸੀਂ ਆਪਣੇ ਮਜ਼ੇਦਾਰ ਜੇ ਹਲਵੇ ਦੇ ਵਿੱਚ ਮਿਠਾਸ ਲੈ ਕੇ ਆ ਸਕਦੇ ਹਾਂ। ਇਸੇ ਤਰ੍ਹਾਂ ਹੀ ਸਭ ਤੋਂ ਪਹਿਲੇ ਹੀ ਅਸੀਂ ਕੀ ਕਰ ਲੈਣਾ ਹੈ ਕਿ ਗਾਜਰਾਂ ਲੈ ਲਓ, ਜਿਹਦੇ ਦਰਮਿਆਨ ਦਾ ਹਿੱਸਾ ਯੈਲੋ ਹੋਵੇ ਤੇ ਇਹਨੂੰ ਤੁਸੀਂ ਕੱਢ ਦਿੱਤੋ। ਤੇ ਉਸ ਤੋਂ ਬਾਅਦ ਇਹਦੇ ਨਾਲ ਜਿਹੜੀਆਂ ਨਰਮ ਗਾਜਰਾਂ ਹੋਣ ਉਹਨਾਂ ਨੂੰ ਅਸੀਂ ਇਸੇ ਤਰ੍ਹਾਂ ਹੀ ਐਡ ਕਰ ਦੇਵਾਂਗੇ। ਸਭ ਤੋਂ ਪਹਿਲੇ ਅਸੀਂ ਗਾਜਰਾਂ ਨੂੰ ਐਡ ਕਰ ਦਿੰਦੇ ਆਪਣੇ ਪ੍ਰੈਸ਼ਰ ਦੇ ਵਿੱਚ। ਤੇ ਤੁਸੀਂ ਇਹ ਬਿਲਕੁਲ ਨਹੀਂ ਸੋਚਣਾ ਕਿ ਪਤਾ ਨਹੀਂ ਕਿੰਨੇ ਕੁ ਟਾਈਮ ਦੇ ਵਿੱਚ ਇਹ ਪੱਕਣਗੀਆਂ, ਬਲਕਿ ਸਿਰਫ 5 ਮਿੰਟ ਦੀ ਅਸੀਂ ਸੀਟੀ ਲਗਾਵਾਂਗੇ। 5 ਮਿੰਟ ਦਾ ਟਾਈਮ ਤੁਸੀਂ ਘੜੀ ਤੇ ਨੋਟ ਕਰਕੇ ਨਾਲ ਹੀ ਇਹਨਾਂ ਨੂੰ ਸੀਟੀ ਦਿਲਾ ਲਓ। ਦੇਖੋ ਸਾਡੀਆਂ ਗਾਜਰਾਂ ਬਿਲਕੁਲ ਜ਼ਬਰਦਸਤ ਤਰੀਕੇ ਦੇ ਨਾਲ ਗਲ ਗਈਆਂ ਨੇ। ਜਿਹੜਾ ਬਚਿਆ ਹੋਇਆ ਪਾਣੀ ਜਿੰਨਾ ਵੀ ਹੋਏਗਾ ਪ੍ਰੈਸ਼ਰ ਦੇ ਵਿੱਚ ਸਾਰਾ ਕੱਢ ਦਿਓ ਤੇ ਇਹਨੂੰ ਕਿਸੇ ਮੈਸ਼ਰ ਦੇ ਨਾਲ ਗਾਜਰਾਂ ਨੂੰ ਮੈਸ਼ ਕਰ ਲਓ। ਜ਼ਬਰਦਸਤ ਤਰੀਕੇ ਦੇ ਨਾਲ ਇੱਥੇ ਅਸੀਂ ਮੈਸ਼ ਕਰਾਂਗੇ। ਅੱਛਾ, ਇਹ ਚੀਜ਼ ਨਹੀਂ ਸੋਚਣੀ ਪਤਾ ਨਹੀਂ ਇਹਦੇ ਵਿੱਚ ਸਾਨੂੰ ਜਿਹੜਾ ਨਾ ਮਜ਼ਾ ਨਹੀਂ ਆਉਣਾ ਜਾਂ ਫਿਰ ਕ੍ਰਸ਼ ਕਰਨ ਤੋਂ ਬਗੈਰ ਜਿਹੜੀਆਂ ਗਾਜਰਾਂ ਨੇ ਉਹ ਬਿਲਕੁਲ ਬੇਸਵਾਦੀਆਂ ਬਣਨੀਆਂ, ਐਸਾ ਕੁਝ ਵੀ ਨਹੀਂ ਹੈ। ਬਿਲਕੁਲ ਉਸੇ ਤਰ੍ਹਾਂ ਹੀ ਬਣੇਗਾ ਜਿਵੇਂ ਕਿ ਤੁਸੀਂ ਕ੍ਰਸ਼ ਕਰਕੇ ਜਾਂ ਫਿਰ ਸ਼੍ਰੈਡਡ ਕਰਕੇ ਗਾਜਰਾਂ ਨੂੰ ਪਾਉਂਦੇ ਜੇ ਨਾ, ਉਸੇ ਤਰ੍ਹਾਂ ਹੀ ਗਾਜਰਾਂ ਦਾ ਟੇਸਟ ਆਏਗਾ ਇਨਸ਼ਾਅੱਲਾ ਤਾਲਾ, ਉਸ ਤੋਂ ਵੀ ਜ਼ਬਰਦਸਤ। ਹੁਣ ਅਸੀਂ ਇਹ ਵੀ ਕਰਾਂਗੇ, ਇੱਕ ਪੈਨ ਲੈ ਲਾਂਗੇ ਤੇ ਉਹਦੇ ਵਿੱਚ ਪਾ ਲੈਣਾ ਤੁਸੀਂ 2 ਟੇਬਲ ਸਪੂਨ ਭਰ ਕੇ ਇੱਥੇ ਦੇਸੀ ਘਿਓ ਤੁਸੀਂ ਇਹਦੇ ਵਿੱਚ ਸਿੱਟ ਕੇ ਤੇ ਨਾਲ ਹੀ 3 ਛੋਟੀਆਂ ਇਲਾਇਚੀਆਂ ਜਿਨ੍ਹਾਂ ਨੂੰ ਤੁਸੀਂ ਸਬਜ਼ ਇਲਾਇਚੀਆਂ ਕਹਿੰਦੇ ਜੇ ਉਹਨਾਂ ਨੂੰ ਵੀ ਤੜਫਾ ਲਓ। ਚੰਗੀ ਤਰ੍ਹਾਂ ਤੜਫਾਉਣ ਤੋਂ ਬਾਅਦ ਇਹਦੇ ਵਿੱਚ ਅਸੀਂ ਆਪਣੇ ਜਿਹੜੇ ਮੈਸ਼ ਕੀਤੀਆਂ ਹੋਈਆਂ ਗਾਜਰਾਂ ਦੇ ਉਹ ਇਹਨਾਂ ਦੇ ਵਿੱਚ ਸਿੱਟ ਲੈਂਦੇ ਹਾਂ। ਦੇਖੋ ਪਲੇਟਾਂ ਨਾ ਅੱਛੇ ਤਰੀਕੇ ਨਾਲ ਸਾਫ਼ ਕਰਿਆ ਕਰੋ ਤਾਂ ਕਿ ਸਾਡੀਆਂ ਜਿਹੜੀਆਂ ਖਾਣੇ ਹੁੰਦੇ ਨੇ ਇਹਦੇ ਵਿੱਚ ਬੜੀ ਬਰਕਤ ਪੈਂਦੀ ਜੇ। ਤੇ ਚੀਜ਼ ਨੂੰ ਬਿਲਕੁਲ ਵੀ ਜ਼ਾਇਆ ਨਾ ਕਰਿਆ ਕਰੋ, ਕਿਉਂਕਿ ਅਸੀਂ ਨੇਮਤਾਂ ਦਾ ਸ਼ੁਕਰ ਅਦਾ ਨਾ ਕਰਾਂਗੇ ਤੇ ਫਿਰ ਰੱਬ ਵੀ ਸਾਡੇ ਨਾਲ ਨਾਰਾਜ਼ ਹੋ ਜਾਏਗਾ। ਦੇਖੋ ਇਹਨਾਂ ਨੂੰ ਤੁਸੀਂ ਅੱਛੇ ਤਰੀਕੇ ਦੇ ਨਾਲ ਨਾ ਪੱਕਣ ਵਾਸਤੇ ਢੱਕ ਕੇ ਤੇ ਦੂਸਰੇ ਚੁੱਲ੍ਹੇ ਤੇ ਸ਼ਿਫਟ ਕਰ ਦਿਓ। ਨਾਲ ਹੀ ਹੁਣ ਆਪਾਂ ਖੋਇਆ ਬਣਾ ਲੈਂਦੇ। ਖੋਇਆ ਦੇ ਵਿੱਚ ਨਾ ਤੁਹਾਨੂੰ ਬਿਲਕੁਲ ਵੀ ਮਿਹਨਤ ਕੀਤੇ ਬਗੈਰ ਸਿਰਫ ਔਰ ਸਿਰਫ 1 ਕਿਲੋ ਤੁਸੀਂ ਫੁੱਲ ਫੈਟ ਮਿਲਕ ਲੈ ਲਿਆ ਜੇ, ਜਿਹਨੂੰ ਆਪਾਂ ਕਹਿੰਦੇ ਆ ਕਿ ਮਲਾਈ ਸਮੇਤ। ਉਹ ਲੈ ਕੇ ਤੇ ਤੁਸੀਂ ਇਹਨੂੰ ਫੁੱਲ ਆਂਚ ਦੇ ਉੱਤੇ ਪੱਕਣੇ ਛੱਡ ਦੇਣਾ ਹੈ। ਜਦੋਂ ਚੰਗੀ ਤਰ੍ਹਾਂ ਕੜ ਕੇ ਬਿਲਕੁਲ ਗਾੜਾ ਜਿਹਾ ਹੋ ਜਾਏਗਾ, ਜਿਸ ਵੇਲੇ 2-3 ਉਬਾਲ ਆ ਜਾਣ ਉਸ ਤੋਂ ਬਾਅਦ ਇਹਨੂੰ ਤੁਸੀਂ ਮੀਡੀਅਮ ਫਲੇਮ ਕਰ ਦੇਣਾ ਤੇ ਇਹਨੂੰ ਹੋਰ ਜ਼ਿਆਦਾ ਗਾੜਾ ਕਰ ਦੇਣਾ। ਜਦੋਂ ਤੁਹਾਡੀ ਇਸ ਮਿਲਕ ਦੀ ਟੈਕਸਚਰ ਬਿਲਕੁਲ ਜਿਹੜਾ ਹੈ ਨਾ ਮਾਇਆ ਫਾਰਮ ਦੇ ਵਿੱਚੋਂ ਸਖਤ ਯਾਨੀ ਠੋਸ ਦੇ ਵੱਲ ਚਲ ਜਾਵੇ ਤੇ ਫਿਰ ਇਹਨੂੰ ਤੁਸੀਂ ਠੰਡਾ ਹੋਣ ਵਾਸਤੇ ਰੱਖ ਦਿਓ। ਤੁਹਾਡਾ ਖੋਇਆ ਬਣ ਜਾਏਗਾ। ਜਦੋਂ ਠੰਡਾ ਹੋ ਜਾਏਗਾ ਇਹ ਬਿਲਕੁਲ ਆਪਣੀ ਅਸਲ ਪੋਜੀਸ਼ਨ 'ਚ ਆ ਜਾਏਗਾ। ਜ਼ਿਆਦਾ ਗਾੜਾ ਨਾ ਕਰਿਓ, ਨਹੀਂ ਤੇ ਫਿਰ ਬਿਲਕੁਲ ਬਰਫੀ ਟਾਈਪ ਬਣ ਜਾਏਗਾ। ਇੱਥੇ ਇਹਨੂੰ ਚੰਗੀ ਤਰ੍ਹਾਂ ਭੁੰਨ ਲਿਆ ਜੇ। ਤੇ ਭੁੰਨਣ ਤੋਂ ਬਾਅਦ ਇੱਥੇ ਮੈਂ ਕੀ ਕੀਤਾ ਹੈ ਕਿ 1 ਕੱਪ ਭਰ ਕੇ ਨਾ ਚੀਨੀ, ਜਿਹੜੀ ਟੇਸਟ ਦੇ ਤੁਸੀਂ ਅਕੋਰਡਿੰਗ ਆਪਣੀ ਚੀਨੀ ਰੱਖਣੀ ਜੇ ਤੇ ਉਹਨੂੰ ਤੁਸੀਂ ਐਡ ਕਰ ਲਿਓ। ਦੇਖੋ ਮਿਠਾਸ ਦੇ ਨਾਲ ਭਰੇ ਹੋਏ ਰਿਸ਼ਤੇ ਹੋਣ ਤੇ ਮਿਠਾਸ ਦੇ ਨਾਲ ਭਰੀਆਂ ਹੋਈਆਂ ਡਿਸ਼ਾਂ ਹੋਣ ਨਾ ਤੇ ਫਿਰ ਜ਼ਿੰਦਗੀ ਦੇ ਵਿੱਚ ਸਵਾਦ ਆ ਜਾਂਦਾ ਹੈ। ਤੇ ਬੇਸ਼ੱਕ ਐਸੇ ਚੀਜ਼ ਨੂੰ ਬਰਕਰਾਰ ਰੱਖਣ ਵਾਸਤੇ ਅਸੀਂ ਅੱਜ ਦੀ ਵੀ ਰੈਸਪੀ ਲੈ ਕੇ ਆਏ ਹਾਂ। ਤੇ ਦੇਖੋ ਅਸੀਂ ਇਹਨੂੰ ਕੀ ਕਰਨਾ ਹੈ, ਚੰਗੀ ਤਰ੍ਹਾਂ ਜਦੋਂ ਚੀਨੀ ਪਿਘਲ ਜਾਂਦੀ ਹੈ ਤੇ ਇਹਨੂੰ ਅਸੀਂ ਭੁੰਨ ਲੈਣਾ ਹੈ। ਮੈਨੂੰ ਇੱਥੇ ਲੱਗਦਾ ਪਿਆ ਸੀਗਾ ਕਿ ਪੈਨ ਦੇ ਵਿੱਚ ਨਾ ਮੈਂ ਸਹੀ ਤਰੀਕੇ ਦੇ ਨਾਲ ਚਮਚ ਨਹੀਂ ਹਿਲਾ ਪਾ ਰਹੀ ਤੇ ਮੈਂ ਇਹਨੂੰ ਸਾਰੇ ਨੂੰ ਸ਼ਿਫਟ ਕਰ ਦਾਂਗੀ ਇੱਕ ਕੜਾਈ ਦੇ ਵਿੱਚ। ਕੜਾਈ ਲੈ ਲੀਜੇ ਤੇ ਕੜਾਈ ਦੇ ਵਿੱਚ ਆਪਾਂ ਇਹਨਾਂ ਨੂੰ ਸ਼ਿਫਟ ਕਰ ਦੇਣੇ ਸਾਰੀਆਂ ਗਾਜਰਾਂ ਨੂੰ ਆਪਣੀਆਂ ਨੂੰ, ਤਾਂ ਕਿ ਮੈਂ ਇਹਨੂੰ ਅੱਛੇ ਤਰੀਕੇ ਦੇ ਨਾਲ ਫਰਾਈ ਕਰ ਸਕਾਂ ਤੇ ਇਹਦਾ ਜਿਹੜਾ ਟੈਕਸਚਰ ਹੈ ਨਾ ਉਹ ਅੱਛੇ ਤਰੀਕੇ ਦੇ ਨਾਲ ਖਿਲ ਕੇ ਬਾਹਰ ਆ ਜਾਵੇ। ਹੁਣ ਇਹਨੂੰ ਤਕਰੀਬਨ 3 ਤੋਂ 4 ਮਿੰਟ ਇਹਨੂੰ ਹੋਰ ਚੰਗੇ ਤਰੀਕੇ ਨਾਲ ਤੁਸੀਂ ਭੁੰਨ ਲੈਣਾ ਜੇ। ਭੁੰਨ ਕੇ ਤੇ ਇਹਨੂੰ ਹੁਣ ਤੁਸੀਂ ਕੋਈ ਚੀਜ਼ ਨਹੀਂ ਸਿੱਟਣੀ, ਬਲਕਿ ਇਹਨੂੰ ਤੁਸੀਂ ਬਿਲਕੁਲ ਢੱਕ ਕੇ ਤੇ ਪੱਕਣੇ ਛੱਡ ਦੇਣਾ 4 ਤੋਂ 5 ਮਿੰਟ ਫਿਰ, ਤਾਂ ਕਿ ਇਹ ਆਪਣਾ ਜਿੰਨਾ ਵੀ ਕੋਈ ਵੀ ਪਾਣੀ, ਚੀਨੀ ਵੀ ਜਿਹੜਾ ਆਪਣਾ ਪਾਣੀ ਛੱਡਦੀ ਹੈ ਉਹ ਵੀ ਖਤਮ ਹੋ ਜਾਏਗਾ ਤੇ ਘਿਓ ਸਾਡਾ ਸਾਈਡਾਂ ਤੇ ਨਿਕਲ ਕੇ ਆ ਜਾਏਗਾ। ਹੁਣ ਜਿਹੜੇ ਬਦਾਮ ਨੇ ਤੁਸੀਂ ਇਹਨਾਂ ਨੂੰ ਨਾ ਜਿਹੜਾ ਪਾਣੀ 'ਚ ਭਿਉਂ ਕੇ ਤੇ ਇਹਦੇ ਵਿੱਚ ਤੁਸੀਂ ਸਿੱਟ ਦੇਣੇ ਨੇ, ਛਿਲਕੇ ਦੇ ਛਿਲਕੇ ਉਤਾਰ ਲੈਣੇ ਨੇ। ਜਿਹੜਾ ਖੋਇਆ ਦੇਖੋ ਕਿੰਨਾ ਪਿਆਰਾ ਤੇ ਕਿੰਨਾ ਜ਼ਬਰਦਸਤ ਦਾਣੇਦਾਰ ਜਿਹਾ ਬਣਿਆ ਤੇ ਇਹਨੂੰ ਦੇ ਵਿੱਚ ਬਿਲਕੁਲ ਤੁਹਾਨੂੰ ਟਾਈਮ ਨਹੀਂ ਲੱਗੇਗਾ ਇਨਸ਼ਾਅੱਲਾ ਤਾਲਾ। ਤੇ ਖੋਇਆ ਦੇਖੋ ਇਹਦੇ ਵਿੱਚ ਆਪਾਂ ਸ਼ਿਫਟ ਕਰ ਦਿੰਦੇ ਹਾਂ, ਸਾਰੇ ਦੇ ਸਾਰੇ ਐਡ ਕਰਕੇ ਇਹਨੂੰ ਵੀ ਸੋਹਣੇ ਤਰੀਕੇ ਦੇ ਨਾਲ ਆਪਾਂ ਇਹਦੇ ਵਿੱਚ ਮਿਕਸ ਕਰ ਲੈਂਦੇ ਹਾਂ। ਰੈਸਪੀ ਇੱਥੇ ਤੱਕ ਪਸੰਦ ਆਈ ਹੋਏ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਛੇਤੀ ਇਹਨੂੰ ਲਾਈਕ ਕਰ ਦਿਓ ਤਾਂ ਕਿ ਮੈਂ ਵੀ ਬੜੀ ਖੁਸ਼ ਹੋ ਜਾਵਾਂ ਕਿ ਤੁਹਾਨੂੰ ਮੇਰੀਆਂ ਰੈਸਪੀਜ਼ ਪਸੰਦ ਆਉਂਦੀਆਂ ਨੇ।
ਚਲੋ ਹੁਣ ਅਸੀਂ ਮਿਕਸ ਕਰ ਲੈਂਦੇ ਹਾਂ। ਮਿਕਸ ਕਰਕੇ ਤੇ ਇਹਦੇ ਵਿੱਚ ਆਪਾਂ ਸੋਹਣੇ ਬਦਾਮ ਵੀ ਸਿੱਟ ਲਿੱਤੇ ਸਨ ਤੇ ਨਾਲ ਹੀ ਇਹਦੇ ਵਿੱਚ ਆਪਣਾ ਖੋਇਆ ਵੀ ਸਿੱਟ ਲਿਆ ਹੈ। ਇਸ ਟਾਈਮ ਨਾ ਸਾਡੇ ਕਿਚਨ ਦੇ ਵਿੱਚ ਇੰਨੀਆਂ ਕੁ ਖੂਬਸੂਰਤ ਕਿਸਮ ਦੀਆਂ ਖੁਸ਼ਬੂਆਂ ਆਣ ਡੀਆਂ ਨੇ ਨਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਤੇ ਮਾਸ਼ਾਅੱਲਾ ਸਾਡਾ ਬੜਾ ਹੀ ਪਰਫੈਕਟ ਕਿਸਮ ਦਾ ਜਿਹੜਾ ਹੈ ਨਾ ਬਿਨਾਂ ਸ਼ਰੈਡ ਕੀਤਿਆਂ ਗਾਜਰਾਂ ਨੂੰ ਸਾਡਾ ਜ਼ਬਰਦਸਤ ਜਿਹਾ ਹਲਵਾ ਤਿਆਰ ਹੈ। ਉਮੀਦ ਕਰਦੀ ਹਾਂ ਤੁਹਾਨੂੰ ਇਹ ਰੈਸਪੀ ਬਹੁਤ ਪਸੰਦ ਆਈ ਹੋਏਗੀ। ਪਸੰਦ ਆਈ ਹੋਏ ਤੇ ਇਹਨੂੰ ਬਿਲਕੁਲ ਲਾਈਕ ਕਰਦੇ ਹੋਏ ਜਾਏਗਾ, ਸੋਹਣਾ ਜਿਹਾ ਕਮੈਂਟ ਕਰਿਆ ਕਰੋ ਤਾਂ ਕਿ ਤੁਹਾਡੀਆਂ ਮੁਹੱਬਤਾਂ ਦਾ ਵੀ ਪਤਾ ਚੱਲੇ। ਤੇ ਜੇ ਕੋਈ ਰੈਸਪੀ ਵਗੈਰਾ ਦੀ ਤੁਸੀਂ ਫਰਮਾਇਸ਼ ਕਰਨੀ ਹੋਏ ਤੇ ਉਹ ਵੀ ਤੁਸੀਂ ਕਰ ਸਕਦੇ ਜੇ। ਥੈਂਕ ਯੂ ਫॉर ਸਬਸਕ੍ਰਾਈਬਿੰਗ ਐਂਡ ਸਪੋਰਟਿੰਗ ਫॉर ਮੀ ਔਰ ਥੈਂਕ ਯੂ ਸੋ ਮਚ ਅਗੇਨ। ਤੁਹਾਨੂੰ ਕਹਿੰਦੇ ਪਏ ਹਾਂ ਕਿ ਇਹ ਰੈਸਪੀ ਤੁਹਾਡੇ ਵਾਸਤੇ ਜ਼ਰੂਰ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋਏਗੀ। ਇਹਨੂੰ ਬਿਲਕੁਲ ਟਰਾਈ ਕਰੋ ਸਰਦੀਆਂ ਜਾਣ ਤੋਂ ਪਹਿਲੇ। ਥੈਂਕ ਯੂ ਸੋ ਮਚ। ਜ਼ਬਰਦਸਤ ਜੀ ਕਿਸਮ ਦੇ ਤੁਸੀਂ ਸਨੈਕਸ ਜਾਂ ਫਿਰ ਕੜਾਈ ਜਾਂ ਫਿਰ ਕਿਸੇ ਵੀ ਕਿਸਮ ਦੀ ਸਸਤੀ ਤਰੀਨ ਤੇ ਆਸਾਨ ਤਰੀਨ ਰੈਸਪੀ ਦੇ ਵਾਸਤੇ ਮੇਰਾ ਚੈਨਲ ਸਬਸਕ੍ਰਾਈਬ ਕਰਦੇ ਹੋਏ ਜਾਇਓ। ਅੱਲਾ ਹਾਫਿਜ਼।